ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਾਂਗੇ ਜੀ। ਅਧਿਆਇ 5 ਨਵਾਂ ਅਧਿਆਇ ਯੂਨੀਅਨ ਐਂਡ ਇਟਸ ਟੈਰੀਟਰੀਜ਼। ਯੂਨੀਅਨ ਅਤੇ ਇਸ ਦੀਆਂ ਟੈਰੀਟਰੀਜ਼, ਸਾਡਾ ਦੇਸ਼ ਤੇ ਉਹਦੇ ਜਿਹੜੀਆਂ ਹੈਗੀਆਂ ਯੂਨਿਟਸ, ਉਹਨਾਂ ਬਾਰੇ ਚਰਚਾ ਕਰਾਂਗੇ। ਦੇਖੋ ਜੀ, ਜਿਹੜਾ ਸਾਡਾ ਆਰਟੀਕਲ 1 ਆ ਨਾ ਸਾਡੇ ਸੰਵਿਧਾਨ ਦਾ, ਉਹ ਕਹਿੰਦਾ ਆ ਕਿ ਇੰਡੀਆ ਦੈਟ ਇਜ਼ ਭਾਰਤ। ਇੰਡੀਆ ਜਿਹਨੂੰ ਭਾਰਤ ਵੀ ਕਹਿੰਦੇ ਆ, ਐਜ਼ ਏ ਯੂਨੀਅਨ ਆਫ ਸਟੇਟਸ, ਉਹ ਕੀ ਆ? ਸਟੇਟਸ ਦਾ ਯੂਨੀਅਨ ਆ, ਉਹ ਫੈਡਰੇਸ਼ਨ ਆਫ ਸਟੇਟਸ ਨਹੀਂ ਹੈ। ਇਹ ਲਾਈਨ ਬਹੁਤ ਇੰਪੋਰਟੈਂਟ ਆ। ਆਰਟੀਕਲ 1 ਵਿੱਚ ਇੰਡੀਆ ਨੂੰ, ਸਾਡੇ ਦੇਸ਼ ਨੂੰ ਇੰਡੀਆ ਵੀ ਕਿਹਾ ਗਿਆ ਹੈ ਤੇ ਭਾਰਤ ਵੀ ਕਿਹਾ ਗਿਆ ਹੈ। ਇੰਡੀਆ ਵੀ ਨਾਮ ਆ ਤੇ ਭਾਰਤ ਵੀ ਨਾਮ ਆ। ਹੋਇਆ ਕੀ ਸੀ ਕਿ ਸੰਵਿਧਾਨ ਸਭਾ ਵਿੱਚ ਇਹ ਥੋੜਾ ਆਪਸ 'ਚ ਹੋ ਗਈ ਸੀ, ਵਿਚਾਰ ਵਿਮਰਸ਼ ਚੱਲ ਰਹੀ ਸੀ ਵੀ ਇੰਡੀਆ ਨੂੰ, ਸਾਡੇ ਦੇਸ਼ ਨੂੰ ਇੰਡੀਆ ਕਿਹਾ ਜਾਏ ਜਾਂ ਭਾਰਤ। ਕੁਝ ਲੋਕ ਕਹਿੰਦੇ ਸੀ ਕਿ ਇੰਡੀਆ ਕਹੋ, ਕੁਝ ਕਹਿੰਦੇ ਸੀ ਭਾਰਤ ਕਹੋ। ਤਾਂ ਐਂਡ ਵਿੱਚ ਇਹ ਡਿਸੀਜਨ ਪਹੁੰਚਿਆ ਗਿਆ ਜੀ, ਇਸ ਮਤੇ ਤੇ ਗੱਲ ਬਣੀ ਕਿ ਇੰਡੀਆ ਡੈਟ ਇਜ਼ ਭਾਰਤ। ਸਾਡੇ ਸੰਵਿਧਾਨ ਵਿੱਚ ਇੰਡੀਆ ਤੇ ਭਾਰਤ ਦੋਨੋਂ ਨਾਮ ਹੈਗੇ ਆ ਸਾਡੇ ਦੇਸ਼ ਲਈ। ਉਹ ਕੀ ਆ ਜੀ? ਯੂਨੀਅਨ ਆਫ ਸਟੇਟਸ ਆ। ਫੈਡਰੇਸ਼ਨ ਆਫ ਸਟੇਟਸ ਨਹੀਂ ਲਿਖਿਆ, ਯੂਨੀਅਨ ਆਫ ਸਟੇਟਸ ਲਿਖਿਆ। ਠੀਕ ਹੈ, ਯੂਨੀਅਨ ਆਫ ਸਟੇਟਸ ਦਾ ਮਤਲਬ, ਦੇਖੋ ਜੋ ਫੈਡਰੇਸ਼ਨ ਹੁੰਦਾ ਨਾ, ਪਹਿਲਾਂ ਫੈਡਰੇਸ਼ਨ ਮਤਲਬ ਸਮਝ ਲਈਏ। ਫੈਡਰੇਸ਼ਨ ਵਿੱਚ ਕੀ ਹੁੰਦਾ ਕਿ ਕੇਂਦਰ ਸਰਕਾਰ ਤੇ ਉਹਦੇ ਜਿਹੜੇ ਸਟੇਟ ਹੁੰਦੇ ਨਾ, ਯੂਨਿਟ ਹੁੰਦੇ ਆ, ਉਹਨਾਂ ਦਾ ਆਪਸ ਵਿੱਚ ਕੀ ਆ, ਸ਼ਕਤੀਆਂ ਦਾ ਵਿਭਾਜਨ ਹੁੰਦਾ ਆ। ਕਿਹੜੇ ਕਿਹੜੇ ਸਬਜੈਕਟ ਤੇ ਕੌਣ ਕਾਨੂੰਨ ਬਣਾ ਸਕਦਾ, ਇਸ ਗੱਲ ਦੀ ਡਿਵੀਜ਼ਨ ਹੁੰਦੀ ਆ, ਉਹਨੂੰ ਕਹਿੰਦੇ ਜੀ ਫੈਡਰੇਸ਼ਨ। ਟੈਕਨੀਕਲ ਇਹ ਗੱਲਾਂ ਹੁੰਦੀਆਂ, ਪਰ ਬਾਈ ਡੈਫੀਨੇਸ਼ਨ ਜਿਸ ਤਰ੍ਹਾਂ ਅਮਰੀਕਾ ਦਾ ਫੈਡਰੇਸ਼ਨ ਬਣਿਆ ਸੀ, ਉਹਦੇ ਵਿੱਚ ਕੀ ਸੀਗੇ ਕਿ ਉਸ ਸਮੇਂ ਦੇ ਜਿਹੜੇ ਅਮਰੀਕਾ ਦੇ ਡਿਫਰੈਂਟ ਸਟੇਟ ਸੀ ਨਾ, ਉਸ ਸਮੇਂ ਦੇ ਡਿਫਰੈਂਟ ਸਟੇਟ ਜਿਹੜੇ ਅੱਜ ਦੇ ਸਟੇਟ ਆ, ਉਹ ਉਸ ਵੇਲੇ ਇਕੱਠੇ ਹੋਏ। ਸ਼ਿਕਾਗੋ, ਕੈਲੀਫੋਰਨੀਆ, ਇਹ ਸਾਰੇ ਇਕੱਠੇ ਹੋਏ। ਉਸ ਵੇਲੇ 13 ਸਟੇਟ ਇਕੱਠੇ ਹੋਏ ਸੀਗੇ, ਛੋਟੇ ਛੋਟੇ ਦੇਸ਼ ਕਹਿ ਲਓ, ਏਰੀਏ ਕਹਿ ਲਓ। ਉਹਨਾਂ ਨੇ ਮਿਲ ਕੇ ਯੂਨਾਈਟਿਡ ਸਟੇਟ ਬਣਾਇਆ ਸੀ। ਉਹਨਾਂ ਨੇ ਆਪਸ 'ਚ ਐਗਰੀਮੈਂਟ ਕੀਤਾ ਸੀ ਕਿ ਅਸੀਂ ਇੱਕ ਯੂਨਾਈਟਿਡ ਸਟੇਟ ਆਫ ਅਮਰੀਕਾ ਬਣਾਉਂਦੇ ਹਾਂ। ਠੀਕ, ਤੇ ਉਹ ਇੱਕ ਸਮਝੌਤੇ ਦੇ ਤਹਿਤ ਇਕੱਠੇ ਹੋਏ ਸੀ। ਤੇ ਜਦੋਂ ਦਿਲ ਕਰਦਾ, ਜਦੋਂ ਕੋਈ ਯੂਨਿਟ ਚਾਹੇ, ਉਹ ਪੂਰੇ ਯੂਨਾਈਟਿਡ ਸਟੇਟ ਤੋਂ ਅਲੱਗ ਵੀ ਹੋ ਸਕਦਾ। ਜੇ ਸ਼ਿਕਾਗੋ ਚਾਹੁੰਦਾ ਆ ਕਿ ਮੈਂ ਯੂਨਾਈਟਿਡ ਸਟੇਟ ਆਫ ਅਮਰੀਕਾ ਤੋਂ ਅਲੱਗ ਹੋਣਾ, ਤਾਂ ਉਹ ਹੋ ਸਕਦਾ ਆ ਆਪਣੀ ਇੱਛਾ ਦੇ ਨਾਲ। ਪਰ ਸਾਡੇ ਭਾਰਤ ਵਿੱਚ ਇਸ ਤਰ੍ਹਾਂ ਨਹੀਂ ਆ। ਸਾਡੇ ਭਾਰਤ ਵਿੱਚ ਜਿਹੜਾ ਸਾਡਾ ਇੰਡੀਆ ਬਣਿਆ ਆਜ਼ਾਦੀ ਤੋਂ ਬਾਅਦ, ਉਹ ਹੈ ਜੀ, ਜਿਹੜੇ ਸਾਡੇ ਡਿਫਰੈਂਟ ਸਟੇਟ ਆ, ਪ੍ਰਾਂਤ ਆ, ਉਹਨਾਂ ਦੇ ਕਿਸੇ ਐਗਰੀਮੈਂਟ ਦਾ ਰਿਜ਼ਲਟ ਨਹੀਂ ਹੈ। ਅਮਰੀਕਾ ਵਾਂਗੂ ਕੋਈ ਐਗਰੀਮੈਂਟ ਦਾ ਰਿਜ਼ਲਟ ਨਹੀਂ ਹੈ, ਇੱਕ ਗੱਲ। ਤੇ ਸਾਡੇ ਜਿਹੜੇ ਇੱਥੇ ਸਟੇਟ ਆ, ਉਹ ਭਾਰਤ ਤੋਂ ਅਲੱਗ ਨਹੀਂ ਹੋ ਸਕਦੇ, ਦੂਸਰੀ ਗੱਲ। ਇਸ ਕਰਕੇ ਸਾਡੇ ਜਿਹੜੇ ਭਾਰਤ ਨੂੰ ਫੈਡਰੇਸ਼ਨ ਆਫ ਸਟੇਟਸ ਨਹੀਂ ਕਿਹਾ ਗਿਆ, ਯੂਨੀਅਨ ਆਫ ਸਟੇਟਸ ਕਿਹਾ ਗਿਆ ਹੈ। ਠੀਕ ਹੈ ਜੀ। ਇਸ ਤਰ੍ਹਾਂ ਸੰਵਿਧਾਨ ਵਿੱਚ ਭਾਰਤ ਨੂੰ ਰਾਜਾਂ ਦਾ ਸੰਘ ਨਹੀਂ ਕਿਹਾ ਗਿਆ। ਠੀਕ, ਰਾਜਾਂ ਦਾ ਇਹ ਸੰਘ ਨਹੀਂ ਆ, ਫੈਡਰੇਸ਼ਨ ਆਫ ਸਟੇਟਸ ਨਹੀਂ ਆ। ਇਸ ਦੇ ਨਾਲ ਹੀ ਆਰਟੀਕਲ 1 ਦੇਸ਼ ਦੇ ਨਾਮ ਅਤੇ ਰਾਜਨੀਤੀ ਦੀ ਕਿਸਮ ਅਰਥਾਤ ਰਾਜਾਂ ਦੇ ਸਮੂਹ ਬਾਰੇ ਸੂਚਿਤ ਕਰਦਾ ਹੈ। ਆਰਟੀਕਲ 1 ਵਿੱਚ ਕੀ ਆ ਕਿ ਇੰਡੀਆ ਦਾ ਨਾਮ ਕੀ ਆ, ਸਾਡੇ ਦੇਸ਼ ਦਾ ਨਾਮ ਕੀ ਆ? ਇੰਡੀਆ ਵੀ ਆ ਤੇ ਭਾਰਤ ਵੀ ਆ। ਤੇ ਸਾਡੇ ਦੇਸ਼ ਦੀ ਪੋਲਿਟੀ ਕਿਸ ਤਰ੍ਹਾਂ ਦੀ ਆ? ਯੂਨੀਅਨ ਆਫ ਸਟੇਟ ਆ, ਫੈਡਰੇਸ਼ਨ ਆਫ ਸਟੇਟ ਨਹੀਂ ਆ, ਯੂਨੀਅਨ ਆਫ ਸਟੇਟ ਆ, ਰਾਜਾਂ ਦਾ ਸਮੂਹ ਆ। ਹਾਲਾਂਕਿ ਸਾਡੇ ਸੰਵਿਧਾਨ ਦੀ ਬਣਤਰ ਸੰਘੀ ਹੈ। ਜੇ ਥੋੜਾ ਆਪਾਂ ਦੇਖਾਂਗੇ ਤਾਂ ਪਾਵਾਂਗੇ ਕਿ ਸਾਡੇ ਵਿੱਚ ਕੀ ਆ, ਸਾਡੇ ਦੇਸ਼ ਵਿੱਚ ਕੀ ਆ, ਸਾਡੇ ਸੰਵਿਧਾਨ ਵਿੱਚ ਕੀ ਆ। ਪਾਵਰ ਜਿਹੜੀ ਆ, ਸ਼ਕਤੀ ਆ, ਉਹ ਸੈਂਟਰ ਤੇ ਸਟੇਟ ਵਿੱਚ ਡਿਵਾਈਡ ਕੀਤੀ ਹੋਈ ਆ। ਤੇ ਬਣਤਰ ਤੇ ਸਟਰਕਚਰ ਕਿਹੜੀ ਹੋਗੀ? ਸੰਘੀ, ਫੈਡਰੇਸ਼ਨ ਟਾਈਪ। ਪਰ ਸੰਵਿਧਾਨ ਵਿੱਚ ਸੰਘ ਦੀ ਥਾਂ ਯੂਨੀਅਨ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਪਰ ਵਰਤਿਆ ਕੀ ਹੈ? ਯੂਨੀਅਨ ਆਫ ਸਟੇਟ, ਫੈਡਰੇਸ਼ਨ ਆਫ ਸਟੇਟ ਨਹੀਂ ਵਰਤਿਆ ਗਿਆ। ਇਸ ਤਰ੍ਹਾਂ ਕੀ ਕਾਰਨ ਹੈ? ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਅਮਰੀਕਨ ਫੈਡਰੇਸ਼ਨ ਦੇ ਉਲਟ ਅਮਰੀਕਾ ਵਿੱਚ ਕੀ ਸੀਗਾ, ਉੱਥੇ ਐਗਰੀਮੈਂਟ ਦੇ ਨਾਲ ਸਾਰੇ ਯੂਨਿਟ ਇਕੱਠੇ ਹੋਏ ਸੀ। ਪਰ ਸਾਡੀ ਫੈਡਰੇਸ਼ਨ ਸੰਵਿਧਾਨਕ ਇਕਾਈਆਂ ਜਿਹੜੀਆਂ ਰਾਜ ਆ, ਉਹਨਾਂ ਵਿਚਕਾਰ ਸਮਝੌਤੇ ਦੇ ਨਤੀਜੇ ਵਜੋਂ ਨਹੀਂ ਬਣੀ। ਸਾਡੀ ਫੈਡਰੇਸ਼ਨ ਕੋਈ ਐਗਰੀਮੈਂਟ ਦਾ ਰਿਜ਼ਲਟ ਨਹੀਂ ਹੈਗੀ ਕਿ ਡਿਫਰੈਂਟ ਯੂਨਿਟਸ ਨੇ ਆਪਸ ਵਿੱਚ ਐਗਰੀਮੈਂਟ ਕੀਤਾ ਤੇ ਫੈਡਰੇਸ਼ਨ ਬਣਾਈ ਅਮਰੀਕਾ ਵਾਂਗ। ਇਸ ਤਰ੍ਹਾਂ ਨਹੀਂ ਸਾਡੇ। ਦੂਸਰੀ ਗੱਲ, ਰਾਜਾਂ ਨੂੰ ਸੰਘ ਤੋਂ ਵੱਖ ਹੋਣ ਦਾ ਕੋਈ ਅਧਿਕਾਰ ਨਹੀਂ ਹੈ। ਜਿਹੜੇ ਸਟੇਟਸ ਆ, ਉਹ ਫੈਡਰੇਸ਼ਨ, ਉਸ ਪੂਰੇ ਦੇਸ਼ ਤੋਂ ਅਲੱਗ ਨਹੀਂ ਹੋ ਸਕਦੇ। ਅਮਰੀਕਾ ਵਿੱਚ ਹੋ ਸਕਦੇ ਆ ਜੀ। ਇਹ ਦੋ ਗੱਲਾਂ ਹੈ ਜੀ। ਇਸ ਲਈ ਸਾਡੀ ਫੈਡਰੇਸ਼ਨ ਨੂੰ ਯੂਨੀਅਨ ਕਿਹਾ ਜਾਂਦਾ ਹੈ। ਸਾਡੇ ਕੀ ਆ? ਯੂਨੀਅਨ ਆਫ ਸਟੇਟਸ ਸ਼ਬਦ ਯੂਜ਼ ਕੀਤਾ, ਫੈਡਰੇਸ਼ਨ ਆਫ ਸਟੇਟ ਨਹੀਂ ਹੈ। ਇਸ ਨੂੰ ਸਿਰਫ ਸਹੂਲਤ ਦੀ ਖਾਤਰ ਵੱਖ-ਵੱਖ ਰਾਜਾਂ ਵਿੱਚ ਵੰਡਿਆ ਗਿਆ ਹੈ।
फॉर सेक ऑफ कन्वीनियंस। देखो कोई भी पूरे देश एडा ਵੱਡਾ ਸਾਡਾ ਦੇਸ਼ ਆ, ਇੰਨੀ ਜਨਸੰਖਿਆ ਆ, ਜੇ ਮੰਨ ਲਓ ਕਿ ਇਹਨੂੰ ਸਟੇਟ ਵਿੱਚ ਡਿਵਾਈਡ ਨਾ ਕੀਤਾ ਹੋਵੇ, ਯੂਨਿਟ ਵਿੱਚ ਡਿਵਾਈਡ ਨਾ ਕੀਤਾ ਹੋਵੇ ਤਾਂ ਇਹਦੇ ਉੱਤੇ ਐਡਮਿਨਿਸਟ੍ਰੇਸ਼ਨ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਇਸ ਲਈ ਐਡਮਿਨਿਸਟ੍ਰੇਟਿਵ ਕਨਵੀਨੀਅੰਸ ਲਈ ਸਹੂਲਤ ਖਾਤਰ ਇਹਨਾਂ ਨੂੰ ਵੱਖ-ਵੱਖ ਰਾਜਾਂ ਵਿੱਚ ਵੰਡਿਆ ਗਿਆ ਹੈ। ਆਰਟੀਕਲ 1 ਵਿੱਚ ਉਸ ਦੇ ਅਨੁਸਾਰ ਸਾਡੇ ਰਾਸ਼ਟਰ ਦੇ ਖੇਤਰ ਨੂੰ 3 ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਸਾਡੇ ਨੇਸ਼ਨ ਦਾ ਜਿਹੜਾ ਏਰੀਆ ਆ ਉਹ 3 ਪ੍ਰਕਾਰ ਦਾ ਹੋ ਸਕਦਾ ਜੀ। ਕਿਹੜਾ? ਇੱਕ ਤਾਂ ਜੀ ਰਾਜਾਂ ਦਾ ਖੇਤਰ, ਜਿੰਨੇ ਸਾਡੀ ਸਟੇਟਸ ਆ ਉਹਨਾਂ ਦਾ ਖੇਤਰ। ਦੂਸਰਾ ਹੈ ਜੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤਰ, ਜਿਸ ਤਰ੍ਹਾਂ ਚੰਡੀਗੜ੍ਹ ਹੋ ਗਿਆ, ਹਨਾ, ਇਹ ਯੂਨੀਅਨ ਟੈਰੀਟਰੀ ਆ। ਪੌਂਡੀਚੇਰੀ ਹੋ ਗਈ, ਇਹ ਵੀ ਯੂਨੀਅਨ ਟੈਰੀਟਰੀ ਆ। ਇਹਨਾਂ ਉੱਤੇ ਕੌਣ ਰਾਜ ਕਰਦਾ? ਕੇਂਦਰ। ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਆ, ਉਹਨਾਂ ਦਾ ਖੇਤਰ। ਠੀਕ ਹੈ ਜੀ। ਉਹ ਖੇਤਰ ਜੋ ਭਵਿੱਖ ਵਿੱਚ ਕਿਸੇ ਵੀ ਸਮੇਂ ਭਾਰਤ ਸਰਕਾਰ ਦੁਆਰਾ ਹਾਸਲ ਕੀਤੇ ਜਾ ਸਕਦੇ ਹਨ। ਰਾਜਾਂ ਦਾ ਖੇਤਰ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਖੇਤਰ ਤੇ ਉਹ ਖੇਤਰ ਜੋ ਆਉਣ ਵਾਲੇ ਸਮੇਂ ਵਿੱਚ ਸਾਡਾ ਦੇਸ਼ ਆਪਣੇ 'ਚ ਮਿਲਾ ਲਏਗਾ। ਇਹਦਾ ਮਤਲਬ ਸਾਡੇ ਦੇਸ਼ ਦੇ, ਸਾਡੇ ਰਾਸ਼ਟਰ ਦੇ 3 ਤਰ੍ਹਾਂ ਦੇ ਖੇਤਰ ਹੋ ਸਕਦੇ ਆ, ਆਹ ਵਾਲੇ। ਠੀਕ ਹੈ ਜੀ। ਮੌਜੂਦਾ ਸਮੇਂ ਵਿੱਚ ਸਾਡੇ ਦੇਸ਼ ਵਿੱਚ 29 ਰਾਜ, 29 ਸਟੇਟਸ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਠੀਕ ਹੈ, ਕੇਂਦਰ ਸ਼ਾਸਿਤ ਪ੍ਰਦੇਸ਼, ਯੂਨੀਅਨ ਟੈਰੀਟਰੀਜ਼, ਯੂਟੀਜ਼। ਹੁਣ ਪ੍ਰਸ਼ਨ ਆਉਂਦਾ ਜੀ ਕਿ ਜ਼ਿਆਦਾ ਵੱਡਾ ਕੀ ਆ, ਯੂਨੀਅਨ ਆਫ ਇੰਡੀਆ ਜਾਂ ਟੈਰੀਟਰੀ ਆਫ ਇੰਡੀਆ? ਆਨਸਰ ਆ ਜੀ, ਜਿਸ ਤਰ੍ਹਾਂ ਯੂਨੀਅਨ ਵਿੱਚ ਸਿਰਫ ਸਟੇਟ ਆਉਂਦੇ ਆ, ਟੈਰੀਟਰੀ ਵਿੱਚ ਸਟੇਟ ਦਾ ਏਰੀਆ ਵੀ ਆਉਂਦਾ ਆ, ਯੂਟੀ ਦਾ ਏਰੀਆ ਵੀ ਆਉਂਦਾ ਆ, ਤਾਂ ਉਹ ਏਰੀਆ ਵੀ ਆਉਂਦਾ ਆ ਜਿਹੜਾ ਅਸੀਂ ਫਿਊਚਰ ਵਿੱਚ ਅਕਵਾਇਰ ਕਰ ਸਕਦੇ ਹਾਂ। ਤਾਂ ਇਸ ਲਈ ਟੈਰੀਟਰੀ ਆਫ ਇੰਡੀਆ ਜ਼ਿਆਦਾ ਵੱਡਾ ਹੋਇਆ। ਅੱਛਾ ਜੀ, ਸੰਘੀ ਪ੍ਰਣਾਲੀ ਦੇ ਮੈਂਬਰ ਹੋਣ ਦੇ ਨਾਤੇ ਰਾਜ ਕੇਂਦਰ ਨਾਲ ਸ਼ਕਤੀਆਂ ਦੀ ਵੰਡ ਕਰਦੇ ਹਨ। ਸਾਡੇ ਇੱਥੇ ਸੈਂਟਰ ਤੇ ਸਟੇਟ ਵਿੱਚ ਪਾਵਰ ਦੀ ਡਿਵੀਜ਼ਨ ਆ। ਅੱਗੇ ਆ ਜੀ ਬ੍ਰਿਟਿਸ਼ ਸੂਬੇ। ਹੁਣ ਜਦੋਂ ਸਾਡੇ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਤਾਂ ਜਿਹੜੇ ਸਾਡਾ ਇੰਡੀਆ ਦੇ ਏਰੀਆ ਸੀ ਉਹ 2 ਤਰ੍ਹਾਂ ਦੇ ਸੀ ਮੇਨਲੀ। ਇੱਕ ਤਾਂ ਉਹ ਏਰੀਆ ਜਿੱਥੇ ਬ੍ਰਿਟਿਸ਼ ਦਾ ਡਾਇਰੈਕਟ ਰਾਜ ਸੀ, ਜਿੱਥੇ ਬ੍ਰਿਟਿਸ਼ ਰਾਜ ਕਰਦੇ ਸੀ, ਉਹਨੂੰ ਕਹਿੰਦੇ ਸੀ ਪ੍ਰੋਵਿੰਸਸ, ਬ੍ਰਿਟਿਸ਼ ਸੂਬੇ। ਇੱਥੇ ਸਿੱਧੇ ਤੌਰ ਤੇ ਬ੍ਰਿਟਿਸ਼ ਸਰਕਾਰ ਦੁਆਰਾ ਸ਼ਾਸਨ ਕੀਤਾ ਗਿਆ ਸੀ। ਠੀਕ। ਇੱਕ ਸੀ ਜੀ ਪ੍ਰਿੰਸਲੀ ਸਟੇਟ, ਰਿਆਸਤਾਂ। ਰਿਆਸਤਾਂ ਉੱਤੇ ਮੂਲ ਰਾਜਕੁਮਾਰਾਂ ਦੁਆਰਾ ਸ਼ਾਸਨ ਕੀਤਾ ਜਾਂਦਾ ਸੀ, ਜਿੱਥੇ ਇੱਥੇ ਰਾਜੇ ਰਜਵਾੜੇ ਰਾਜ ਕਰਦੇ ਸੀ ਜੀ ਰਿਆਸਤਾਂ ਉੱਤੇ, ਪ੍ਰਿੰਸਲੀ ਸਟੇਟ ਉੱਤੇ। ਪਰ ਅੰਤਮ ਨਿਯੰਤਰਣ ਬ੍ਰਿਟਿਸ਼ ਤਾਜ ਦੇ ਕੋਲ ਹੁੰਦਾ ਸੀ। ਰਾਜ ਭਾਵੇਂ ਰਾਜੇ ਰਜਵਾੜਿਆਂ ਦਾ ਹੁੰਦਾ ਸੀ, ਪਰ ਅਲਟੀਮੇਟ ਕੰਟਰੋਲ ਕਿਹਨਾਂ ਦਾ ਹੁੰਦਾ ਸੀ? ਬ੍ਰਿਟਿਸ਼ ਕਰਾਊਨ ਦਾ। ਅਲਟੀਮੇਟਲੀ ਇਹ ਅੰਗਰੇਜ਼ਾਂ ਦੇ ਵੀ ਅਧੀਨ ਹੀ ਸਨ। ਠੀਕ ਹੈ ਜੀ। ਉਹ ਬ੍ਰਿਟਿਸ਼ ਤਾਜ ਦੇ ਪੈਰਾਮਾਉਂਟਸੀ ਦੇ ਅਧੀਨ ਸਨ। ਪੈਰਾਮਾਉਂਟਸੀ ਟਰਮੀਨੋਲੋਜੀ ਆ, ਇਹਦਾ ਮਤਲਬ ਆ ਅਲਟੀਮੇਟ ਕੰਟਰੋਲ ਕਿਹਨਾਂ ਦਾ ਆ? ਬ੍ਰਿਟਿਸ਼ਰ ਦਾ। ਠੀਕ ਆ, ਆ ਥੋੜਾ ਆਪਾਂ ਦੇਖ ਲਈਏ, ਜੀ ਏਰੀਆ। ਆ ਦੇਖੋ, ਇੰਡੀਆ ਬਿਫੋਰ ਐਂਡ ਆਫਟਰ ਪਾਰਟੀਸ਼ਨ। ਠੀਕ, ਆ ਪੂਰਾ ਇੰਡੀਆ ਆ ਜੀ, ਪੂਰਾ ਇੰਡੀਆ ਆ ਜਦੋਂ ਅੰਗਰੇਜ਼ਾਂ ਦੇ ਅਧੀਨ ਸੀ। ਤੇ ਆਹ ਬਾਉਂਡਰੀ ਜਿਹੜੀ ਆ ਇੱਥੋਂ ਫਿਰ ਤੁਸੀਂ ਇੱਧਰ ਨੂੰ ਅਲੱਗ ਕਰ ਦਿਓ। ਆਹ ਹੋ ਗਿਆ ਪਾਕਿਸਤਾਨ, ਵੈਸਟ ਪਾਕਿਸਤਾਨ। ਠੀਕ, ਆਹ ਹੋ ਗਿਆ ਈਸਟ ਪਾਕਿਸਤਾਨ, ਹੁਣ ਇਹਨੂੰ ਬੰਗਲਾਦੇਸ਼ ਕਹਿੰਦੇ ਆ। ਤੇ ਆਹ ਜਿਹੜਾ ਪੀਲੇ ਏਰੀਏ ਆ, ਇਹ ਹੈਗੀ ਬ੍ਰਿਟਿਸ਼ ਇੰਡੀਆ। ਆਹ ਪੀਲਾ ਏਰੀਆ ਕਿਹੜਾ ਹੈ ਜੀ? ਬ੍ਰਿਟਿਸ਼ ਇੰਡੀਆ, ਮਤਲਬ ਬ੍ਰਿਟਿਸ਼ਰ ਇੱਥੇ ਡਾਇਰੈਕਟਲੀ ਰੂਲ ਕਰਦੇ ਸੀ। ਤੇ ਆਹ ਜਿਹੜੇ ਨੀਲੇ ਜਿਹੇ ਏਰੀਏ ਆ, ਇਹ ਹੈ ਜੀ ਪ੍ਰਿੰਸਲੀ ਸਟੇਟਸ, ਮਤਲਬ ਰਾਜੇ ਰਜਵਾੜਿਆਂ ਦਾ ਏਰੀਆ। ਪ੍ਰਿੰਸਲੀ ਸਟੇਟਸ, ਜੰਮੂ ਐਂਡ ਕਸ਼ਮੀਰ ਦੀ ਰਿਆਸਤ, ਮਤਲਬ ਰਿਆਸਤਾਂ, ਰਾਜਪੂਤਾਨਾ ਰਿਆਸਤ, ਅਜਮੇਰ ਦੀ ਰਿਆਸਤ, ਠੀਕ, ਮੈਸੂਰ ਦੀ ਰਿਆਸਤ, ਹੈਦਰਾਬਾਦ ਦੀ ਰਿਆਸਤ, ਇਹ ਸਾਰੇ ਸੀ ਰਿਆਸਤਾਂ। ਠੀਕ ਹੈ ਜੀ। ਅੱਛਾ, ਇਹ ਹੋ ਗਿਆ ਜੀ। ਠੀਕ। ਤੇ ਜਦੋਂ ਭਾਰਤ ਆਜ਼ਾਦ ਹੋਇਆ ਨਾ, ਤੇ ਭਾਰਤੀ ਸੁਤੰਤਰਤਾ ਐਕਟ 1947 ਆਇਆ, ਤਾਂ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਪ੍ਰਿੰਸਲੀ ਸਟੇਟਸ ਆ ਨਾ, ਜਿਹੜੀਆਂ ਰਿਆਸਤਾਂ ਆ, ਉਹਨਾਂ ਕੋਲ 3 ਵਿਕਲਪ ਆ, 3 ਆਪਸ਼ਨਸ ਆ ਉਹਨਾਂ ਕੋਲ। ਜਾਂ ਤਾਂ ਉਹ ਭਾਰਤ ਵਿੱਚ ਸ਼ਾਮਿਲ ਹੋ ਜਾਣ, ਠੀਕ ਹੈ ਜੀ, ਜਾਂ ਉਹ ਪਾਕਿਸਤਾਨ ਵਿੱਚ ਸ਼ਾਮਿਲ ਹੋ ਜਾਣ, ਠੀਕ ਹੈ ਜੀ, ਜਾਂ ਉਹ ਸੁਤੰਤਰ ਰਹਿ ਸਕਦੇ ਸਨ, ਇੰਡੀਪੈਂਡੈਂਟ ਵੀ ਰਹਿ ਸਕਦੇ ਸਨ। ਠੀਕ ਹੈ ਜੀ। ਹੋਇਆ ਕਿ ਭਾਰਤ ਦੀਆਂ ਭੂਗੋਲਿਕ ਸੀਮਾਵਾਂ ਦੇ ਅੰਦਰ 552 ਰਿਆਸਤਾਂ ਸਨ। ਕਿੰਨੀਆਂ? 552 ਰਿਆਸਤਾਂ। ਇਹ ਯਾਦ ਰੱਖਣਾ ਤੁਸੀਂ, ਗਿਣਤੀ ਪੱਖੋਂ ਰਿਆਸਤਾਂ ਦੀ ਸੰਖਿਆ ਜ਼ਿਆਦਾ ਸੀ, ਪ੍ਰਿੰਸਲੀ ਸਟੇਟਸ ਦੀ ਸੰਖਿਆ ਜ਼ਿਆਦਾ ਸੀ ਬ੍ਰਿਟਿਸ਼ ਇੰਡੀਆ ਨਾਲੋਂ। ਬ੍ਰਿਟਿਸ਼ ਇੰਡੀਆ ਦੇ ਅੰਦਰ ਜਿੰਨੇ ਪ੍ਰੋਵਿੰਸਸ ਆਉਂਦੇ ਸੀ ਨਾ, ਜਿੰਨੇ ਸੂਬੇ ਆਉਂਦੇ ਸੀ, ਗਿਣਤੀ ਪੱਖੋਂ ਰਿਆਸਤਾਂ ਜ਼ਿਆਦਾ ਸਨ।
पर एरिया पक्षों रियासतां दा एरिया घट सी ब्रिटिश सूबिਆਂ नालों। ठीक है जी। इन्हां विचों 3 ਨੂੰ ਛੱਡ के बाकी 549 ने बिना किसी रुकावट के भारत में शामिल हो गई सन। ਜਿਹੜੇ इस एरिए में आंदी ना रियासतां भारत के एरिए में, ਉਹ लगभग सारियां भारत में शामिल हो गई, पर 3 रह गई, जम्मू एंड कश्मीर, ठीक है जी, जूनागढ़ इत्थे गुजरात में, तो तीजी जी हैदराबाद। ये तिन्हां ने भारत में ज्वाइन नहीं किया। ठीक, ओके। बाकी 3 किहड़ियां? हैदराबाद, जूनागढ़ ते कश्मीर। कश्मीर कहते सी उस वेले जी। इन्हां ने भारत में शामिल होने तो इनकार कर दिता सी। ठीक है जी, इनकार करता, पर कुछ समय बाद वो भी भारत का हिस्सा बन गई। हैदराबाद पुलिस कार्रवाई के जरिए, जूनागढ़ रायशुमारी के जरिए, रेफरेंडम वगैरह होया, आम जनता ने वोटां पा के इंडिया में शामिल होने का निर्णय लिया। हैदराबाद में की आ पुलिस कार्रवाई हुई, इंडियन पुलिस ने एक्शन लिया ते हैदराबाद नूं अपने विच मिला लिया। तीसरी जी कश्मीर, इत्थे जी इंस्ट्रूमेंट ऑफ एक्सैशन साइन होया। कश्मीर के राजे ते भारत के नुमाइंदे दोवां दे नुमाइंदियां विच साइन होए, कागज पत्तर की साइन होई, इंस्ट्रूमेंट ऑफ एक्सैशन भी आप असीं की आ भारत विच शामिल हुंदे आ। लैटर साइन हो के ये साडे विच आ गए सी। ये तिन्ने तुसीं याद रखने जी। हैदराबाद पुलिस कार्रवाई जरिए ऐड हो गया, जूनागढ़ रेफरेंडम द्वारा रायशुमारी ते कश्मीर इंस्ट्रूमेंट ऑफ एक्सैशन कागज ते साइन करके आ गया सी जी। हाँ भी असीं भारत विच शामिल हुंदे आ। अच्छा, अगे चलते हैं जी। हुण की होया जी, आज़ाद हो गया सी इंडिया। ठीक है जी। ਇਹਦੇ ਵਿੱਚ ਨਾ ਹੁਣ ਪਹਿਲਾਂ ਇਹ ਗੱਲਾਂ ਸੀਗੀਆਂ, ਆਜ਼ਾਦੀ ਦੇ ਦੌਰਾਨ ਇਹ ਗੱਲਾਂ ਸੀਗੀਆਂ ਕਿ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਦਾ ਪੁਨਰਗਠਨ ਹੋਵੇਗਾ ਭਾਸ਼ਾ ਦੇ ਆਧਾਰ ਤੇ। ਇੱਕ ਆਮ ਸਹਿਮਤੀ ਸੀਗੀ ਇਹ। ਇੰਡੀਅਨ ਨੈਸ਼ਨਲ ਕਾਂਗਰਸ ਵੀ ਕਹਿੰਦੀ ਸੀ ਕਿ ਆਜ਼ਾਦੀ ਤੋਂ ਬਾਅਦ ਅਸੀਂ ਕੀ ਆ ਭਾਸ਼ਾ ਦੇ ਆਧਾਰ ਤੇ ਪ੍ਰਾਂਤਾਂ ਦਾ ਪੁਨਰਗਠਨ ਕਰਾਂਗੇ। ਪਰ ਹੋਇਆ ਕੀ ਧਰਮ ਦੇ ਆਧਾਰ ਤੇ ਜਦੋਂ ਪਾਕਿਸਤਾਨ ਅਲੱਗ ਹੋ ਗਿਆ, ਦੇਸ਼ ਵਿੱਚ ਕਾਫੀ ਸੈਪਰੇਟਿਸਟ ਟੈਂਡੈਂਸੀ ਸੀਗੀਆਂ, ਤਾਂ ਜਿਹੜੇ ਭਾਰਤ ਦੇ ਜਿਹੜੇ ਲੀਡਰ ਸੀ ਨਾ ਉਹ ਡਰ ਗਏ। ਪੰਡਿਤ ਜਵਾਹਰ ਲਾਲ ਨਹਿਰੂ ਜਾਂ ਹੋਰ ਵੀ ਸਾਰੇ ਲੀਡਰ ਡਰ ਗਏ ਵੀ ਜੇ ਅਸੀਂ ਭਾਸ਼ਾ ਦੇ ਆਧਾਰ ਤੇ ਸਟੇਟ ਬਣਾਤੇ ਤਾਂ ਉਹ ਕੀ ਆ ਕੱਲ ਨੂੰ ਡਿਮਾਂਡ ਨਾ ਕਰਨ ਲੱਗ ਜਾਣ ਕਿ ਅਸੀਂ ਵੀ ਵੱਖ ਹੋਣਾ। ਇਸ ਲਈ ਉਹਨਾਂ ਨੇ ਨਾ ਭਾਸ਼ਾ ਦੇ ਆਧਾਰ ਤੇ ਸਟੇਟ ਨਹੀਂ ਬਣਾਏ। ਇਸ ਗੱਲ ਨੂੰ ਠੰਡੇ ਵਸਤੇ 'ਚ ਪਾਤਾ। ਪਰ ਪੂਰੇ ਇੰਡੀਆ ਵਿੱਚੋਂ ਇਹ ਮੰਗ ਉੱਠ ਰਹੀ ਸੀ ਕਿ ਭਾਸ਼ਾ ਦੇ ਆਧਾਰ ਤੇ ਪ੍ਰਾਂਤ ਬਣਾਏ ਜਾਣ। ਭਾਸ਼ਾ ਦੇ ਆਧਾਰ ਤੇ ਦੇਸ਼ ਦੇ ਪੁਨਰਗਠਨ ਦੀ ਵੱਖ-ਵੱਖ ਖਿੱਤਿਆਂ ਤੋਂ ਮੰਗਾਂ ਹੋ ਰਹੀਆਂ ਸਨ, ਵੱਖ-ਵੱਖ ਏਰੀਆ ਤੋਂ ਮੰਗਾਂ ਹੋ ਰਹੀਆਂ ਸਨ। ਨੌਰਥ ਵਿੱਚੋਂ, ਸਾਊਥ ਵਿੱਚੋਂ, ਉਹ ਸਾਰੇ ਕਹਿੰਦੇ ਸੀ ਕਿ ਸਾਨੂੰ ਭਾਸ਼ਾ ਦੇ ਆਧਾਰ ਤੇ ਇੱਕ ਸਟੇਟ ਬਣਾ ਦਿਓ। ਇਹ ਮੰਗ ਦੱਖਣ ਭਾਰਤ ਵਿੱਚ ਜ਼ਿਆਦਾ ਜ਼ੋਰਦਾਰ ਸੀ। ਦੱਖਣ ਭਾਰਤ ਵਿੱਚ ਜ਼ਿਆਦਾ ਲੋਕ ਇਸ ਉੱਤੇ ਜ਼ੋਰ ਪਾ ਰਹੇ ਸਨ। ਸਰਕਾਰ ਨੇ ਜੂਨ 1948 ਵਿੱਚ ਐਸ ਕੇ ਧਾਰ DHAR ਬੰਦੇ ਦਾ ਨਾਂ ਆ, ਠੀਕ, ਇਹਦੀ ਪ੍ਰਧਾਨਗੀ ਹੇਠ ਭਾਸ਼ਾਈ ਪ੍ਰਾਂਤ ਕਮਿਸ਼ਨ ਨਿਯੁਕਤ ਕੀਤਾ। ਠੀਕ, ਭਾਸ਼ਾਈ ਕਮਿਸ਼ਨ ਇੱਕ ਨਿਯੁਕਤ ਕਰਤਾ ਵੀ ਤੁਸੀਂ ਦੇਖੋ ਯਾਰ, ਵਿਚਾਰ ਚਰਚਾ ਕਰੋ, ਰਿਸਰਚ ਕਰੋ, ਸਟੱਡੀ ਕਰੋ ਕਿ ਭਾਸ਼ਾ ਦੇ ਆਧਾਰ ਤੇ ਅਸੀਂ ਪ੍ਰਾਂਤਾਂ ਦਾ ਪੁਨਰਗਠਨ ਕਰ ਸਕਦੇ ਹਾਂ। ਠੀਕ, ਸਰਕਾਰ ਨਹੀਂ ਚਾਹੁੰਦੀ ਸੀਗੀ, ਜਨਤਾ ਨੇ ਮੰਗ ਕੀਤੀ। ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ 1948 ਵਿੱਚ ਧਾਰ ਕਮਿਸ਼ਨ ਬਣਾਤਾ ਵੀ ਹਾਂ ਵੀ ਕਮਿਸ਼ਨ ਤੂੰ ਦੱਸ ਕੀ ਕਰੀਏ। ਤੁਸੀਂ ਯਾਦ ਰੱਖਣਾ ਕਿ 3 ਕਮਿਸ਼ਨ ਬਣੇ ਸੀ। ਠੀਕ, ਧਾਰ ਕਮਿਸ਼ਨ, JVP ਕਮਿਸ਼ਨ, JVP ਕਮੇਟੀ ਕਹਿ ਲਓ, ਕਮੇਟੀ ਸੀ ਇਹ, ਤਾਂ ਤੀਸਰਾ ਸੀ ਫਜ਼ਲ ਅਲੀ ਕਮਿਸ਼ਨ। ਪਹਿਲੇ 2 ਨੇ ਨਾ ਕਰਤੀ ਸੀ ਵੀ ਭਾਸ਼ਾ ਦੇ ਆਧਾਰ ਤੇ ਪ੍ਰਾਂਤ ਨਹੀਂ ਬਣਨੇ, ਤੀਸਰੇ ਨੇ ਐਕਸੈਪਟ ਕਰ ਲਏ ਸੀ। ਇਹ ਤੁਸੀਂ ਰੱਟਾ ਲਾ ਕੇ ਰੱਖਿਓ, ਸਾਰਿਆਂ ਦੇ ਨਾਮ ਵੀ ਯਾਦ ਰੱਖਣੇ ਆ। ਧਾਰ ਕਮਿਸ਼ਨ, JVP ਕਮੇਟੀ ਤੇ ਫਜ਼ਲ ਅਲੀ ਕਮਿਸ਼ਨ। ਠੀਕ ਹੈ ਜੀ, ਇਹ ਕਮਿਸ਼ਨ ਨਿਯੁਕਤ ਕਰਤਾ। ਕਮਿਸ਼ਨ ਨੇ ਦਸੰਬਰ 1948 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ, ਮੀਨ 1 ਸਾਲ ਦੇ ਅੰਦਰ ਹੀ। ਠੀਕ, 1 ਸਾਲ ਨੂੰ ਕਾਹਤੋਂ ਜੂਨ 'ਚ ਬਣਿਆ, ਦਸੰਬਰ 'ਚ ਪੇਸ਼ ਕਰਤੀ। ਕਹਿਣ ਦਾ ਮਤਲਬ 5-6 ਮਹੀਨੇ ਵਿੱਚ ਆਪਣੀ ਰਿਪੋਰਟ ਪੇਸ਼ ਕਰਤੀ। ਇਸਨੇ ਪ੍ਰਸ਼ਾਸਕੀ ਸਹੂਲਤ ਦੇ ਆਧਾਰ ਤੇ ਰਾਜਾਂ ਦੇ ਪੁਨਰਗਠਨ ਦੀ ਸਿਫਾਰਿਸ਼ ਕੀਤੀ। ਇਹਨੇ ਇਹ ਸਿਫਾਰਿਸ਼ ਕੀਤੀ ਕਿ ਸਾਡਾ ਜਿਹੜਾ ਸਟੇਟ ਰੀਆਰਗਨਾਈਜੇਸ਼ਨ ਹੈ ਨਾ, ਰਾਜਾਂ ਦਾ ਪੁਨਰਗਠਨ ਆ, ਉਹਨਾਂ ਦਾ ਕੀ ਆਧਾਰ ਹੋਣਾ ਚਾਹੀਦਾ? ਐਡਮਿਨਿਸਟ੍ਰੇਟਿਵ ਕਨਵੀਨੀਅੰਸ, ਪ੍ਰਸ਼ਾਸਕੀ ਸਹੂਲਤ, ਵੀ ਰਾਜ ਕਰਨ ਵਿੱਚ
ਸਹੂਲਤ ਹੋਵੇ ਉਹਦੇ ਆਧਾਰ ਤੇ ਅਸੀਂ ਰਾਜਾਂ ਦਾ ਪੁਨਰਗਠਨ ਕਰਨਾ ਆ ਅਤੇ ਭਾਸ਼ਾ ਨੂੰ ਰਾਜ ਪੁਨਰਗਠਨ ਦੇ ਆਧਾਰ ਵਜੋਂ ਰੱਦ ਕਰ ਦਿੱਤਾ। ਇਸ ਕਮਿਸ਼ਨ ਨੇ ਕਿਹਾ ਕਿ ਭਾਸ਼ਾ ਨੂੰ ਨਹੀਂ ਬੇਸ ਬਣਾਉਣਾ ਰੀਆਰਗੇਨਾਈਜੇਸ਼ਨ ਦਾ, ਰਾਜ ਦੇ ਪੁਨਰਗਠਨ ਦਾ। ਜਿਹੜੇ ਪ੍ਰਾਂਤ ਬਣਨੇ ਆ ਉਹਨਾਂ ਦਾ ਆਧਾਰ ਭਾਸ਼ਾ ਨਹੀਂ ਰੱਖਣਾ ਅਸੀਂ। ਪ੍ਰਸ਼ਾਸਕੀ ਸਹੂਲਤ ਐਡਮਿਨਿਸਟ੍ਰੇਟਿਵ ਕਨਵੀਨੀਅੰਸ ਇਹ ਹੋਣਾ ਚਾਹੀਦਾ। ਦੇਸ਼ ਵਿੱਚ ਇਹਨਾਂ ਸਿਫਾਰਸ਼ਾਂ ਖਿਲਾਫ ਨਾਰਾਜ਼ਗੀ ਪੈਦਾ ਹੋ ਗਈ। ਹੁਣ ਵੱਖ-ਵੱਖ ਏਰੀਏ ਵਿੱਚੋਂ ਦੇਸ਼ ਦੇ ਕੀ ਆ ਲੋਕ ਵਿਦਰੋਹ ਕਰਨ ਲੱਗ ਗਏ, ਗੁੱਸੇ ਹੋਣ ਲੱਗ ਗਏ, ਮੁਜ਼ਾਹਰੇ ਕਰਨ ਲੱਗ ਗਏ ਵੀ ਇਹ ਗੱਲ ਸਹੀ ਨਹੀਂ। ਇਸ ਲਈ ਸਰਕਾਰ ਨੇ ਦਸੰਬਰ 1948 ਵਿੱਚ ਇੱਕ ਹੋਰ ਭਾਸ਼ਾਈ ਸੂਬਾ ਕਮੇਟੀ ਬਣਾਉਣ ਲਈ ਮਜਬੂਰਨ ਇੱਕ ਹੋਰ ਭਾਸ਼ਾਈ ਸੂਬਾ ਕਮੇਟੀ ਬਣਾਈ। ਦਸੰਬਰ ਉਸੇ ਸਾਲ ਉਸੇ ਵੇਲੇ ਮਤਲਬ ਉਸੇ ਹੀ ਮਹੀਨੇ ਵਿੱਚ ਸਰਕਾਰ ਨੂੰ ਮਜਬੂਰਨ ਇੱਕ ਹੋਰ ਭਾਸ਼ਾਈ ਸੂਬਾ ਕਮੇਟੀ ਬਣਾਉਣੀ ਪਈ ਵੀ ਯਾਰ ਦੁਬਾਰਾ ਤੋਂ ਇਸ ਕੁਐਸਚਨ ਨੂੰ ਵਿਚਾਰਿਆ ਜਾਵੇ। ਠੀਕ ਹੈ ਜੀ। ਇਸ ਦੇ ਮੈਂਬਰ ਸਨ ਕਿਹੜੇ ਮੈਂਬਰ ਸਨ? ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਅਤੇ ਪਟਾਭੀ ਸੀਤਾਰਮਈਆ। ਪੀ ਤੋਂ ਪਟਾਭੀ ਸੀਤਾਰਮਈਆ, ਜੇ ਤੋਂ ਜਵਾਹਰ ਲਾਲ ਨਹਿਰੂ, ਵੀ ਤੋਂ ਵੱਲਭ ਭਾਈ ਪਟੇਲ। ਇਸ ਲਈ ਇਸ ਨੂੰ JVP ਕਮੇਟੀ ਵਜੋਂ ਵੀ ਜਾਣਿਆ ਜਾਂਦਾ ਸੀ। JVP ਕਮੇਟੀ। ਇਸ ਨੇ ਵੀ ਰਾਜਾਂ ਦੇ ਪੁਨਰਗਠਨ ਦੇ ਆਧਾਰ ਵਜੋਂ ਭਾਸ਼ਾ ਨੂੰ ਰੱਦ ਕਰ ਦਿੱਤਾ। ਇਹਨੇ ਵੀ ਇਹੀ ਕਿਹਾ ਕਿ ਹਾਂ ਵੀ ਭਾਸ਼ਾ ਨੂੰ ਨਹੀਂ ਆਧਾਰ ਬਣਾਉਣਾ, ਰਾਜਾਂ ਦੇ ਪੁਨਰਗਠਨ ਲਈ ਭਾਸ਼ਾ ਨੂੰ ਆਧਾਰ ਨਹੀਂ ਬਣਾਉਣਾ। ਫਿਰ ਕੀ ਹੋਇਆ? ਕਾਂਗਰਸ ਦੇ ਸੀਨੀਅਰ ਨੇਤਾ, ਇਹ ਕਾਂਗਰਸ ਦੇ ਬਹੁਤ ਸੀਨੀਅਰ ਨੇਤਾ ਸੀ, ਪੋਟੀ ਸ਼੍ਰੀ ਰਾਮੁਲੂ। ਠੀਕ, ਇਹਨਾਂ ਨੇ ਕੀ ਕੀਤਾ? ਤੇਲਗੂ ਬੋਲਦੇ ਖੇਤਰਾਂ ਲਈ ਵੱਖਰਾ ਰਾਜ ਬਣਾਉਣ ਲਈ ਮਨ ਵਰਤ ਰੱਖ ਲਿਆ। ਇਹਨਾਂ ਨੇ ਮਨ ਵਰਤ ਰੱਖ ਲਿਆ ਕਿ ਮੈਂ ਕੁਛ ਨਹੀਂ ਖਾਊਂਗਾ, ਮੈਨੂੰ ਕੀ ਮਿਲੇ, ਸਾਨੂੰ ਕੀ ਮਿਲੇ, ਤੇਲਗੂ ਸਪੀਕਿੰਗ ਏਰੀਆ ਲਈ ਵੱਖਰਾ ਰਾਜ ਬਣਾਓ। ਤੇਲਗੂ ਸਪੀਕਿੰਗ ਏਰੀਆ ਲਈ ਵੱਖਰਾ ਰਾਜ ਬਣਾਓ। ਇਹ ਗੱਲ ਯਾਦ ਰੱਖਿਓ ਕਿ ਉਸ ਵੇਲੇ ਇੱਕ ਪੂਰਾ ਪ੍ਰੋਵਿੰਸ ਸੀਗਾ, ਸੂਬਾ ਸੀ ਮਦਰਾਸ। ਉਸ ਵਿੱਚ ਤਮਿਲਨ ਬੋਲਦੇ ਵੀ ਰਹਿੰਦੇ ਸੀ ਤੇ ਤੇਲਗੂ ਬੋਲਦੇ ਲੋਕ ਵੀ ਰਹਿੰਦੇ ਸੀ। ਤਾਂ ਇਸ ਨੇ ਪੋਟੀ ਸ਼੍ਰੀ ਰਾਮੁਲੂ ਜਿਹੜੇ ਕਿ ਕਾਂਗਰਸ ਦੇ ਬਹੁਤ ਸੀਨੀਅਰ ਨੇਤਾ ਸੀ, ਉਹਨਾਂ ਨੇ ਮਨ ਵਰਤ ਰੱਖ ਲਿਆ ਕਿ ਉਦੇਸ਼ ਕੀ ਸੀ ਕਿ ਜਿਹੜਾ ਆਪਣਾ ਮਦਰਾਸ ਪ੍ਰੋਵਿੰਸ ਆ, ਮਦਰਾਸ ਸੂਬਾ ਆ, ਉਹਦੇ ਵਿੱਚੋਂ ਤੇਲਗੂ ਬੋਲਦੇ ਵਾਲੇ ਲੋਕਾਂ ਲਈ ਅਲੱਗ ਏਰੀਆ ਕੱਟ ਕੇ ਅਲੱਗ ਸਟੇਟ ਬਣਾ ਦਿੱਤਾ ਜਾਵੇ। ਇਹਨਾਂ ਦੀ ਹੜਤਾਲ ਚੱਲਦੀ ਰਹੀ ਤਾਂ 56 ਦਿਨਾਂ ਬਾਅਦ, 56 ਦਿਨ ਬਹੁਤ ਹੁੰਦੇ ਜੀ, 56 ਦਿਨਾਂ ਬਾਅਦ ਇਹਨਾਂ ਦੀ ਮੌਤ ਹੋ ਗਈ। ਜਨ ਆਕਰੋਸ਼ ਬਹੁਤ ਜ਼ਿਆਦਾ ਵੱਧ ਗਿਆ। ਫਿਰ ਸਰਕਾਰ ਨੂੰ ਮਜਬੂਰਨ ਤੇਲਗੂ ਸਟੇਟ ਬਣਾਉਣਾ ਪਿਆ। ਇਸ ਨਾਲ ਸਰਕਾਰ ਨੂੰ ਮਜਬੂਰ ਹੋਣਾ ਪਿਆ ਤੇਲਗੂ ਬੋਲਦੇ ਖੇਤਰਾਂ ਨੂੰ ਮਦਰਾਸ ਰਾਜ ਤੋਂ ਵੱਖ ਕਰਕੇ ਆਂਧਰਾ ਰਾਜ ਵਜੋਂ ਜਾਣਿਆ ਜਾਂਦਾ ਪਹਿਲਾ ਭਾਸ਼ਾਈ ਰਾਜ ਬਣਾਇਆ ਗਿਆ। ਤਾਂ ਪਹਿਲਾ ਭਾਸ਼ਾ ਦੇ ਆਧਾਰ ਤੇ ਰਾਜ ਕਿਹੜਾ ਬਣਿਆ? ਆਂਧਰਾ ਰਾਜ। ਕਿਹੜੀ ਭਾਸ਼ਾ? ਤੇਲਗੂ। ਅਕਤੂਬਰ 1953 ਵਿੱਚ ਬਣਿਆ। ਹੁਣ ਜਦੋਂ ਇੱਕ ਰਾਜ ਬਣ ਗਿਆ ਜੀ ਭਾਸ਼ਾ ਦੇ ਆਧਾਰ ਤੇ ਬਾਕੀ ਏਰੀਏ ਵਿੱਚੋਂ ਵੀ ਹੁਣ ਡਿਮਾਂਡ ਤੇਜ਼ ਹੋ ਗਈ, ਮੰਗ ਤੇਜ਼ ਹੋ ਗਈ। ਫਿਰ ਸਰਕਾਰ ਨੇ ਫਿਰ ਪ੍ਰੈਸ਼ਰ ਵਿੱਚ ਆਉਂਦੇ ਹੋਏ ਮਜਬੂਰਨ ਇੱਕ ਹੋਰ ਕਮਿਸ਼ਨ ਬਣਾਇਆ, ਫਜ਼ਲ ਅਲੀ ਕਮਿਸ਼ਨ। ਇਸ ਦਾ ਕੀ ਉਦੇਸ਼ ਸੀਗਾ? ਆਂਧਰਾ ਰਾਜ ਦੀ ਸਿਰਜਣਾ ਤੋਂ ਬਾਅਦ ਭਾਸ਼ਾਈ ਆਧਾਰ ਤੇ ਰਾਜਾਂ ਦੀ ਸਿਰਜਣਾ ਦੀ ਮੰਗ ਹੋਰ ਤੇਜ਼ ਹੋ ਗਈ ਸੀ। ਸਰਕਾਰ ਨੂੰ ਫਜ਼ਲ ਅਲੀ ਦੀ ਪ੍ਰਧਾਨਗੀ ਹੇਠ 3 ਮੈਂਬਰੀ ਰਾਜ ਪੁਨਰਗਠਨ ਕਮਿਸ਼ਨ ਨਿਯੁਕਤ ਕਰਨ ਲਈ ਮਜਬੂਰ ਕੀਤਾ ਗਿਆ ਸੀ। ਮਤਲਬ ਮਜਬੂਰੀ ਵਸ਼ ਸਰਕਾਰ ਨੇ ਇੱਕ ਹੋਰ ਕਮਿਸ਼ਨ ਬਣਾਇਆ, ਰਾਜ ਪੁਨਰਗਠਨ ਕਮਿਸ਼ਨ, ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਬਣਾਇਆ ਕਿ ਸਟੇਟਸ ਨੂੰ ਰੀਆਰਗੇਨਾਈਜ਼ ਕਰਨਾ ਆ, ਪੁਨਰਗਠਨ ਕਰਨਾ ਆ। ਇਸ ਬਾਰੇ ਆਪਣੇ ਵਿਚਾਰ ਦਿਓ। ਇਸ ਪ੍ਰਸ਼ਨ ਨੂੰ ਫਿਰ ਸ਼ੁਰੂ ਤੋਂ ਵਿਚਾਰੋ। ਹੈਡ ਕੌਣ ਸੀ ਜੀ? ਫਜ਼ਲ ਅਲੀ। 3 ਮੈਂਬਰੀ AC ਕਮਿਸ਼ਨ ਦੇ 2 ਹੋਰ ਮੈਂਬਰ ਕਿਹੜੇ ਸੀ? KM ਪਾਨੀਕਰ ਅਤੇ HN ਕੁੰਜਰੂ। ਇਹ ਇਹਦੇ 2 ਹੋਰ ਮੈਂਬਰ ਸੀ ਕਮਿਸ਼ਨ ਦੇ। ਕਮਿਸ਼ਨ ਨੇ ਸਤੰਬਰ 1955 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ। 53 ਵਿੱਚ ਬਣਿਆ ਤੇ ਲਗਭਗ 2 ਸਾਲ ਬਾਅਦ ਆਪਣੀ ਰਿਪੋਰਟ ਪੇਸ਼ ਕਰਤੀ। ਠੀਕ ਹੈ ਜੀ। ਕਮਿਸ਼ਨ ਨੇ ਰਾਜ ਦੇ ਪੁਨਰਗਠਨ ਦੇ ਆਧਾਰ ਵਜੋਂ ਭਾਸ਼ਾ ਨੂੰ ਮੋਟੇ ਤੌਰ ਤੇ ਸਵੀਕਾਰ ਕੀਤਾ ਸੀ। ਮੇਨ ਉਹਨੇ ਕਿਹਾ ਹਾਂ ਠੀਕ ਹੈ ਜੀ, ਮੋਟੇ ਤੌਰ ਤੇ ਅਸੀਂ ਸਵੀਕਾਰ ਕਰ ਲੈਂਦੇ ਹਾਂ ਲੈਂਗੁਏਜ ਨੂੰ ਐਜ਼ ਏ ਬੇਸਿਸ ਫॉर ਸਟੇਟ ਰੀਆਰਗੇਨਾਈਜੇਸ਼ਨ। ਪਰ ਇਸ ਨੇ ਇੱਕ ਭਾਸ਼ਾ ਇੱਕ ਰਾਜ ਦੇ ਸਿਧਾਂਤ ਨੂੰ ਰੱਦ ਕਰ ਦਿੱਤਾ।
ਇੱਕ ਭਾਸ਼ਾ ਇੱਕ ਰਾਜ ਨਹੀਂ ਹੋਏਗਾ। ਇਹ ਸਿਧਾਂਤ ਨਹੀਂ ਲੈ ਕੇ ਚੱਲਣਾ। ਠੀਕ। ਕਿਸੇ ਵੀ ਪੁਨਰਗਠਨ ਲਈ ਭਾਰਤ ਦੀ ਏਕਤਾ ਨੂੰ ਮੁੱਢਲੀ ਮਹੱਤਤਾ ਦਿੱਤੀ ਜਾਣੀ ਸੀ। ਵੀ ਜਦੋਂ ਅਸੀਂ ਰੀਆਰਗੇਨਾਈਜੇਸ਼ਨ ਕਰਨਾ ਆ, ਪੁਨਰਗਠਨ ਕਰਨਾ ਆ, ਭਾਰਤੀ ਏਕਤਾ ਨੂੰ ਧਿਆਨ ਵਿੱਚ ਰੱਖਣਾ ਆ। ਇਹ ਨਾ ਹੋਇਆ ਕਿ ਸੈਪਰੇਟ ਜਿਹੜੇ ਟੈਂਡੈਂਸੀ ਹੈ ਨਾ, ਜਿਹੜੇ ਵੱਖਵਾਦੀ ਲੋਕ ਆ, ਉਹਨਾਂ ਨੂੰ ਉਹਨਾਂ ਦੇ ਏਰੀਏ ਥੋੜੇ ਅਲੱਗ ਕਰ ਦਿੱਤੇ ਜਾਣ। ਇਸ ਤਰ੍ਹਾਂ ਨਾ ਕਰਿਓ। ਏਕਤਾ ਬਣੀ ਰਹੇ, ਉਸ ਨੂੰ ਧਿਆਨ ਵਿੱਚ ਰੱਖਣਾ ਆ। ਜਿਸ ਤਰ੍ਹਾਂ ਹੁਣ ਜਿਹੜੇ ਵੱਖਵਾਦੀ ਲੋਕਾਂ ਨੂੰ ਤੁਸੀਂ ਜੇ ਅਲੱਗ ਸਟੇਟ ਦੇਤਾ ਤੇ ਇਨ ਫਿਊਚਰ 'ਚ ਇੱਕ ਟਾਈਮ ਆਉਣਾ ਜੀ, ਉਹਨਾਂ ਨੇ ਆਪਣਾ ਮੰਗ ਕਰਨੀ ਹੈ ਕਿ ਸਾਨੂੰ ਅਲੱਗ ਦੇਸ਼ ਹੀ ਬਣਾ ਦਿਓ। ਠੀਕ। ਇਸ ਕਰਕੇ ਪੁਨਰਗਠਨ ਲਈ ਭਾਰਤ ਦੀ ਏਕਤਾ ਨੂੰ ਜ਼ਿਆਦਾ ਇੰਪੋਰਟੈਂਸ ਦੇਣੀ ਆ। ਕਿਸੇ ਵੀ ਪੁਨਰਗਠਨ ਲਈ 4 ਮੁੱਖ ਕਾਰਕਾਂ ਨੂੰ ਵਿਚਾਰਿਆ ਜਾਣਾ ਸੀ। ਆਹ ਗੱਲਾਂ ਵੱਲ ਧਿਆਨ ਜ਼ਰੂਰ ਰੱਖਣਾ ਆ। ਉਹ ਕਿਹੜੀਆਂ ਜੀ? ਦੇਸ਼ ਦੀ ਏਕਤਾ ਅਤੇ ਸੁਰੱਖਿਆ ਦੀ ਸੰਭਾਲ ਅਤੇ ਮਜ਼ਬੂਤੀ, ਹੈ, ਯੂਨਿਟੀ ਆਫ ਦਾ ਨੇਸ਼ਨ ਤੇ ਸਿਕਿਉਰਿਟੀ, ਯੂਨਿਟੀ ਤੇ ਸਿਕਿਉਰਿਟੀ। ਇਸ ਗੱਲ ਦੀ ਸੰਭਾਲ ਹੋਣੀ ਚਾਹੀਦੀ ਆ। ਇਸ ਗੱਲ ਨੂੰ ਮਜ਼ਬੂਤੀ ਜ਼ਿਆਦਾ ਦੇਣੀ ਆ। ਇਸ ਗੱਲ ਦਾ ਧਿਆਨ ਰੱਖਣਾ। ਭਾਸ਼ਾਈ ਅਤੇ ਸੱਭਿਆਚਾਰਕ ਸਮਰੂਪਤਾ। ਜਦੋਂ ਤੁਸੀਂ ਕੋਈ ਸਟੇਟ ਬਣਾਉਣਾ ਆ, ਇੱਕ ਭਾਸ਼ਾ ਵਾਲੇ ਲੋਕ ਇੱਕ ਸਟੇਟ ਵਿੱਚ ਆਉਣ, ਇੱਕ ਕਲਚਰ ਵਾਲੇ ਲੋਕ ਇੱਕ ਸਟੇਟ ਵਿੱਚ ਆਉਣ। ਇਹ ਨਾ ਹੋਵੇ ਕਿ ਜਿਸ ਤਰ੍ਹਾਂ ਦੇਖੋ ਨਾ, ਤੁਸੀਂ ਅਫਰੀਕਾ ਦਾ ਮੈਪ ਦੇਖਿਓ, ਉੱਥੇ ਵਿਦੇਸ਼ੀ ਹਕੂਮਤਾਂ ਨੇ ਇੱਕ ਕਮਰੇ 'ਚ ਬੈਠ ਕੇ ਕਾਗਜ਼ਾਂ ਦੇ ਉੱਤੇ ਲੀਕਾਂ ਮਾਰ ਕੇ ਉਹ ਬਣਾ ਲਿਆ ਜੀ, ਨਕਸ਼ਾ ਬਣਾਤਾ। ਤਾਂ ਉਹਦਾ ਕੀ परिणाम ਹੋਏ? ਇੱਕੋ ਹੀ ਕਲਚਰ ਦੇ ਲੋਕ ਅੱਧੇ ਕੋ ਇੱਕ ਦੇਸ਼ ਵਿੱਚ ਚਲੇ ਗਏ, ਅੱਧੇ ਦੂਸਰੇ ਦੇਸ਼ ਵਿੱਚ ਚਲੇ ਗਏ। ਤਾਂ ਸਮੱਸਿਆਵਾਂ ਅੱਜ ਵੀ ਹੈ, ਕਲੈਸ਼ਿਸ਼ ਅੱਜ ਵੀ ਹੋ ਰਹੇ ਆ ਜੀ। ਇਸ ਕਰਕੇ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਸੀ ਕਿ ਸੱਭਿਆਚਾਰਕ ਤੇ ਭਾਸ਼ਾਈ ਇਹ ਜਿਹੜੇ ਹੈ ਨਾ, ਇਹਨਾਂ ਦੀ ਸਮਰੂਪਤਾ ਹੋਵੇ। ਠੀਕ। ਸਮਰੂਪਤਾ ਦਾ ਮਤਲਬ ਹੋਮੋਜੈਨਿਟੀ ਹੋਵੇ। ਵਿੱਤੀ, ਆਰਥਿਕ ਅਤੇ ਪ੍ਰਬੰਧਕੀ ਵਿਚਾਰ, ਠੀਕ ਹੈ ਨਾ, ਪ੍ਰੋਪਰ ਫਾਈਨੈਂਸ ਦਾ ਧਿਆਨ ਰੱਖੋ, ਆਰਥਿਕਤਾ ਦਾ ਧਿਆਨ ਰੱਖੋ, ਹੈ ਨਾ, ਐਡਮਿਨਿਸਟ੍ਰੇਸ਼ਨ, ਪ੍ਰਬੰਧ, ਮੈਨੇਜਮੈਂਟ, ਇਹ ਸਾਰੇ ਧਿਆਨ ਰੱਖੋ। ਦੇਖੋ, ਜਿਸ ਤਰ੍ਹਾਂ ਆਰਥਿਕਤਾ ਦੀ ਗੱਲ ਕਰੋ, ਵੀ ਜੇ ਕੋਈ ਕਿਤੇ ਇੰਡਸਟਰੀਅਲ ਏਰੀਆ ਆ, ਇਹ ਨਾ ਹੋਵੇ ਕਿ ਅੱਧੀਆਂ ਕੁ ਫੈਕਟਰੀਆਂ ਇੱਕ ਪ੍ਰਾਂਤ ਨੂੰ ਮਿਲ ਜਾਣ, ਅੱਧੀਆਂ ਕੁ ਦੂਸਰੇ ਨੂੰ ਮਿਲ ਜਾਣ। ਇਸ ਤਰ੍ਹਾਂ ਫਿਰ ਨਾ ਇੰਟੀਗ੍ਰਿਟੀ ਟੁੱਟ ਜਾਏਗੀ। ਆਰਥਿਕ ਯੂਨਿਟੀ ਵੀ ਧਿਆਨ 'ਚ ਰੱਖਣੀ ਆ। ਸਹੀ ਢੰਗ ਨਾਲ ਉਹ ਏਰੀਆ ਮੈਨੇਜ ਹੁੰਦਾ ਹੋਵੇ। ਜਿਸ ਤਰ੍ਹਾਂ ਮੰਨ ਲਓ ਕੋਈ ਪਹਾੜੀ ਏਰੀਆ ਆ, ਇਸ ਤਰ੍ਹਾਂ ਨਾ ਹੋਵੇ ਕਿ ਅੱਧੇ ਕੁ ਪਹਾੜ ਵਾਲਾ ਏਰੀਆ ਇੱਕ ਨੂੰ ਦੇ ਦਿਓ, ਅੱਧੇ ਕੁ ਪਹਾੜ ਵਾਲਾ ਦੂਸਰੇ ਨੂੰ ਦੇ ਦਿਓ, ਮਤਲਬ ਪੂਰੇ ਦਾ ਪੂਰਾ ਪਹਾੜ ਵਾਲਾ ਇੱਕ ਨੂੰ ਹੀ ਦੇ ਦਿਓ। ਕੁਛ ਇਸ ਤਰ੍ਹਾਂ ਨਾ ਵੀ, ਤਾਂ ਕਿ ਕੱਲ੍ਹ ਨੂੰ ਮੈਨੇਜਮੈਂਟ ਕਰਨ 'ਚ ਸਮੱਸਿਆ ਨਾ ਆਵੇ। ਠੀਕ ਹੈ ਜੀ। ਹਰੇਕ ਰਾਜ ਦੇ ਨਾਲ ਸਮੁੱਚੇ ਦੇਸ਼ ਦੇ ਲੋਕਾਂ ਦੀ ਭਲਾਈ ਦੀ ਯੋਜਨਾਬੰਦੀ ਅਤੇ ਪ੍ਰਚਾਰ ਕਰਨਾ। ਸਮੁੱਚੇ ਦੇਸ਼ ਦੇ ਲੋਕਾਂ ਦੀ ਭਲਾਈ ਹੋਵੇ। ਇਹ ਤੁਸੀਂ ਉੱਤੋਂ ਪੜ੍ਹ ਲੈਣੇ ਆ, ਜ਼ਿਆਦਾ ਡੀਪ ਨਹੀਂ ਜਾਣਾ। ਹਾਂਜੀ, ਅੱਗੇ ਚੱਲਦੇ ਹਾਂ ਜੀ। ਸਰਕਾਰ ਨੇ ਇਹਨਾਂ ਸਿਫਾਰਸ਼ਾਂ ਨੂੰ ਕੁਝ ਮਾਮੂਲੀ ਸੋਧਾਂ ਨਾਲ ਕੁਝ ਅਮੈਂਡਮੈਂਟ ਕੀਤੀਆਂ, ਮਾਮੂਲੀ ਜੀਆਂ। ਵੈਸੇ ਓਵਰਆਲ ਸਰਕਾਰ ਨੇ ਐਕਸੈਪਟ ਕਰ ਲਿਆ ਸੀ, ਸਵੀਕਾਰ ਕਰ ਲਿਆ ਸੀ, ਅਤੇ ਇਸ ਨੂੰ ਲਾਗੂ ਕਰਨ ਲਈ ਰਾਜ ਪੁਨਰਗਠਨ ਐਕਟ 1956 ਬਣਾਇਆ ਗਿਆ ਸੀ। ਜਿਹੜੀਆਂ ਇਸ ਕਮਿਸ਼ਨ ਦੀਆਂ ਸਿਫਾਰਸ਼ਾਂ ਸੀ, ਉਸ ਨੂੰ ਲਾਗੂ ਕਰਨ ਲਈ ਸਰਕਾਰ ਨੇ ਕਾਨੂੰਨ ਬਣਾ ਲਿਆ। ਉਸ ਕਾਨੂੰਨ ਦਾ ਨਾਂ ਕੀ ਸੀ? ਸਟੇਟ ਰੀਆਰਗੇਨਾਈਜੇਸ਼ਨ ਐਕਟ 1956। ਇਸ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਥੋੜ੍ਹੀ ਜਿਹੀਆਂ ਸੋਧਾਂ ਕਰਕੇ ਸਰਕਾਰ ਐਕਟ ਲੈ ਕੇ ਆਈ ਤਾਂ ਇਸ ਜਿਹੜਾ ਹੈ ਸਾਡੇ ਦੇਸ਼ ਦਾ ਪੁਨਰਗਠਨ ਲਈ ਕਾਨੂੰਨ ਲਿਆਂਦਾ ਭਾਸ਼ਾ ਦੇ ਆਧਾਰ ਤੇ। ਠੀਕ ਹੈ ਜੀ, ਲਾਗੂ ਕਰਤਾ ਜੀ ਕਾਨੂੰਨ ਬਣਾ ਕੇ। ਹੁਣ ਅਸੀਂ ਪੜ੍ਹਦੇ ਹਾਂ ਜੀ, ਨਵੇਂ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜੇ ਬਣੇ। ਇਹਨਾਂ ਦੀ ਨਾ ਸੀਕੁਐਂਸ ਪੁੱਛੀ ਜਾਂਦੀ ਹੈ ਐਗਜ਼ਾਮ ਵਿੱਚ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਹਿਲਾਂ ਕਿਹੜਾ ਬਣਿਆ ਸੀ। ਦੇਖੋ, ਆਂਧਰਾ ਤਾਂ ਪਹਿਲਾਂ ਬਣ ਗਿਆ, ਉਸ ਤੋਂ ਬਾਅਦ ਕਿਹੜਾ ਬਣਿਆ ਸੀ। ਠੀਕ। ਫਿਰ ਸਿੱਕਿਮ ਕਦੋਂ ਬਣਿਆ ਸੀ, ਪੰਜਾਬ ਕਦੋਂ ਬਣਿਆ ਸੀ, ਤੇ ਗੋਆ ਕਦੋਂ ਬਣਿਆ ਸੀ, ਗੋਆ ਕਦੋਂ ਆਜ਼ਾਦ ਕਰਾਇਆ ਗਿਆ। ਇਹ ਕੁਝ ਗੱਲਾਂ ਤੁਹਾਨੂੰ ਨਾ ਸੀਕੁਐਂਸ ਜੀ ਯਾਦ ਹੋਣੀ ਚਾਹੀਦੀ ਆ। ਉਸ ਨਾਲ ਕੀ ਹੋਏਗਾ, ਤੁਹਾਨੂੰ ਐਗਜ਼ਾਮ 'ਚ ਜਦੋਂ ਪੁੱਛਿਆ ਜਾਏਗਾ ਕਿ ਹੇਠ ਲਿਖੇ ਪ੍ਰਾਂਤਾਂ ਦੇ ਜਿਹੜੀ ਫਾਰਮੇਸ਼ਨ ਆ, ਉਹਨੂੰ ਸੀਕੁਐਂਸ ਵਾਈਜ਼ ਲਿਖੋ ਕਿ ਪਹਿਲਾ ਕਿਹੜਾ ਬਣਿਆ, ਦੂਸਰਾ ਕਿਹੜਾ ਬਣਿਆ, ਤੀਸਰਾ ਕਿਹੜਾ ਬਣਿਆ। ਹੋ ਸਕਦਾ ਤੁਹਾਨੂੰ ਸਾਰੇ ਦੇ ਸਾਰੇ ਨਾ ਯਾਦ ਹੋਣ, ਪਰ ਜੇ ਮੇਨ ਯਾਦ ਆ ਤਾਂ ਤੁਸੀਂ ਜਜਮੈਂਟ ਨਾਲ ਆਨਸਰ ਲਿਖ ਪਾਓਗੇ। 1960 ਵਿੱਚ ਮਹਾਰਾਸ਼ਟਰ ਅਤੇ ਗੁਜਰਾਤ ਦੋ ਭਾਸ਼ੀ ਰਾਜ ਬੰਬਈ ਨੂੰ ਵੰਡ ਕੇ ਬਣਾਏ ਗਏ ਸੀ ਜੀ। ਦੇਖੋ, ਪਹਿਲਾਂ ਇੱਕ ਸਟੇਟ ਸੀਗਾ, ਇੱਕ ਪ੍ਰੋਵਿੰਸ ਸੀਗੀ ਬੰਬਈ ਦੇ ਵਿੱਚੋਂ ਮਰਾਠੀ ਬੋਲਣ ਵਾਲਾ ਏਰੀਆ ਕੱਟ ਕੇ ਮਹਾਰਾਸ਼ਟਰ ਬਣਾਤਾ ਅਤੇ ਗੁਜਰਾਤੀ ਬੋਲਣ ਵਾਲਾ ਏਰੀਆ ਕੱਟ ਕੇ ਗੁਜਰਾਤ ਬਣਾਤਾ 1960 ਵਿੱਚ। ਠੀਕ ਹੈ ਜੀ। ਮਹਾਰਾਸ਼ਟਰ ਮਰਾਠੀ ਭਾਸ਼ੀ ਲੋਕਾਂ ਲਈ ਬਣਾਇਆ ਗਿਆ ਸੀ ਅਤੇ ਗੁਜਰਾਤ ਗੁਜਰਾਤੀ ਬੋਲਣ ਵਾਲਿਆਂ ਲਈ ਬਣਾਇਆ ਗਿਆ ਸੀ।
एक गल हो गई। अगे है जी दादरा ते नगर हवेली। दादरा ते नगर हवेली ये 1954 विच ਬਣਿਆ जी। इस खेत्र में पहला पुर्तगाली राज करते सन। ये इलाका 1954 विच आज़ाद होया सी। ठीक है जी, माड़ा जिहा पढ़ लो, ठीक है। मेन अगे है जी गोवा, दमन एंड दीव। गोवा, मेन गोवा याद रखो। ये इलाका भारत ने 1961 विच पुलिस कार्रवाई राही पुर्तगालियों तो हासिल किए सन। ये इलाके तीनों कदों 1961 विच। ठीक है जी। गोवा, गोवा नूं की कीता फिर बाद विच? गोवा नूं 1987 विच राज का दर्जा दिता गया सी। गोवा पहला यूटी बनाई केंद्र शासित प्रदेश ते 1987 विच इसनूं स्टेट का दर्जा देता। ठीक है जी। बाद विच स्टेट का दर्जा मिलिया सी। अज लई नहीं रहण दिंदे, बाकी नैक्सट क्लास विच पढ़ते हैं। शुक्रिया जी, सत श्री अकाल।